ਤੇ ਉਹ ਜਿਹੜੀਆਂ ਬੇਅਦਬੀਆਂ ਪਹਿਲਾਂ ਸਰਸੇ ਵਾਲੇ ਨੇ ਕਰਾਈਆਂ ਉਹਨਾਂ ਨੂੰ ਦਬਾਉਣ ਦੇ ਸਿਲੇ ਦੇ ਵਿੱਚ ਆਪਾਂ ਕਹਿ ਦਈਏ ਵੀ ਉਹਨਾਂ ਨੂੰ ਤਾਂ ਆਪਾਂ ਦਬਾਵਾਂਗੇ, ਆਪਾਂ ਉਹਦੀਆਂ ਹੋਰ ਉੱਦਾਂ ਦੀਆਂ 5-10 ਹੋਰ ਕਰ ਦਿਓ, 100 ਕਰ ਦਿਓ, ਤੇ ਉਹ ਪਿਛਲੀ ਆਪੇ ਹੀ ਦਬੀ ਜਾਣੀਆਂ। ਤੇ ਅਗਲੇ ਕਹਿੰਦੇ ਵੀ ਹੁਣ ਕਿਹੜਾ ਇਹਨਾਂ ਨੂੰ ਕੋਈ ਫਰਕ ਪੈਂਦਾ ਆ। ਹੁਣ ਪੰਜਾਬ ਨੂੰ ਖਤਮ ਕਰਨ ਦੇ ਲਈ ਦੇਖੋ, ਹੁਣ ਜਦੋਂ ਵੀ ਕੋਈ ਵੀ ਨਾ ਕੋਈ ਬਰਗਾੜੀ ਦਾ ਕਾਂਡ ਹੋਇਆ, ਉਹਨੂੰ ਖਤਮ ਕਰਨ ਦੇ ਲਈ ਕੀ ਕੀਤਾ ਗਿਆ, ਕੀ ਕੀਤਾ ਗਿਆ ਤੁਹਾਡੇ ਸਾਹਮਣੇ। ਹੁਣ ਕਿਸਾਨਾਂ ਦੇ ਮੁੱਦੇ ਚੱਲਦੇ ਪਏ ਆ, ਬੇਅਦਬੀਆਂ ਸ਼ੁਰੂ ਹੋ ਗਈਆਂ। ਹੁਣ ਇਹ ਅਯਾਸ਼ ਬੈਠਾ ਮੁੱਖ ਮੰਤਰੀ, ਉਹਨੂੰ ਪਤਾ ਨਹੀਂ ਹੈਗਾ ਉਹਦੇ ਘਰ ਪਾਰਟੀਆਂ ਚੱਲ ਰਹੀਆਂ ਨੇ, ਯਾਸ਼ੀਆਂ ਕਰ ਰਿਹਾ ਅਸੂਰਾ ਦੇ ਨਾਲ, ਤੇ ਉਹਨੂੰ ਇਹ ਨਹੀਂ ਪਤਾ ਵੀ ਇੱਥੇ ਹੋ ਕੀ ਰਿਹਾ ਆ। 300 ਕੁਛ ਸਰੂਪ ਹਰਿਮੰਦਰ ਸਾਹਿਬ ਵਿੱਚੋਂ ਵੀ ਗੈਪ ਹੋ ਜਾਂਦੇ ਆ, ਔਰ ਇਹ ਤਾਂ ਚਲੋ ਇੱਕ ਘਟਨਾ ਹੈ। ਉਹਦੇ ਤੇ ਹਰਿਮੰਦਰ ਸਾਹਿਬ ਦੇ ਵਿੱਚੋਂ ਵੀ 300 ਕੁਛ ਸਰੂਪ ਗੈਪ ਹੋ ਜਾਂਦੇ ਆ, ਉਹਦੇ ਤੇ ਵੀ ਕੋਈ ਕਾਰਵਾਈ ਹਜੇ ਤੱਕ ਨਹੀਂ ਹੋਈ। ਉਹਦੇ ਵਿੱਚ ਵੀ ਪਿਛਲੇ ਦਿਨੀ ਕਾਫੀ ਉੱਥੇ ਰੋਲਾ ਪਿਆ। ਇਹਦੇ ਬਾਰੇ ਟਾਸਕ ਫੋਰਸ ਆਈ, ਫਿਰ ਆਪਣੇ ਨੂੰ ਕੁੱਟਣ ਵਾਸਤੇ ਰੱਖੀ ਹੈ, ਬਗਾਨੇ ਤੇ ਥੋੜੀ ਡੰਗ ਚੱਲਦੀ ਹੈ, ਉਹ ਆਪਣੇ ਨੂੰ ਕੁੱਟਣ ਵਾਸਤੇ ਰੱਖੀ ਹੈ। ਕਹਿੰਦੇ ਵੀ ਜਿਹੜੇ ਪਰਾਲੀ ਨੂੰ ਅੱਗ ਨਾ ਲਾਉਂਦੇ ਆ ਉਹਨਾਂ ਨੂੰ 1 ਕਰੋੜ ਰੁਪਇਆ ਜੁਰਮਾਨਾ ਦੇ 5 ਸਾਲ ਦੀ ਸਜ਼ਾ। ਇਹ ਅਸੀਂ ਉਸ ਦੇਸ਼ ਦੇ ਵਿੱਚ ਰਹਿੰਦੇ ਆ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਜਾਵੇ, ਉਹਨਾਂ ਨੂੰ ਅੰਗਾ ਖਿਲਾਰ ਕੇ ਕੋਈ ਸੁੱਟ ਜਾਵੇ, ਉਹਨਾਂ ਵਾਸਤੇ ਸਿਰਫ 295 ਧਾਰਾ ਬਣਾਈ ਹੋਈ ਆ, ਜਿਹਦੇ ਵਿੱਚ 6 ਮਹੀਨੇ ਦੇ ਬਾਅਦ ਸਜ਼ਾ ਬੰਦਾ ਬਾਹਰ ਆ ਜਾਂਦਾ ਆ। ਤੇ ਇੱਕ ਪਰਾਲੀ ਸਾੜਨ ਦੀ ਸਜ਼ਾ ਇੱਥੇ 5 ਸਾਲ ਤੇ 1 ਕਰੋੜ ਰੁਪਇਆ ਜੁਰਮਾਨਾ। ਇਹ ਲੋਕ ਛੱਪੜ ਦੇ ਡੱਡੂ ਨੇ, ਇਹਨਾਂ ਨੇ ਉਦੋਂ ਹੀ ਬਾਹਰ ਆਉਣਾ। ਇਹਨਾਂ ਨੇ ਧਰਮ ਨੂੰ ਇਸ ਤਰ੍ਹਾਂ ਬਲੁੰਦਰ ਕੇ ਰੱਖਤਾ ਵਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਤਾਂ ਵਿਸ਼ਵਾਸ ਟੁੱਟੇਗਾ ਲੋਕਾਂ ਦਾ। ਅਗਰ ਇਹ ਚੀਜ਼ਾਂ ਦੇ ਉੱਤੇ ਕਾਰਵਾਈ ਨਾ ਹੋਈ, ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਕਾਨੂੰਨ ਤੋਂ ਭਰੋਸਾ ਉੱਠੇਗਾ, ਆਪਣੇ ਹੱਕਾਂ ਦੇ ਲਈ ਆਪ ਆਪਣੀ ਤਲਵਾਰ ਚੱਕ ਕੇ ਆਪਣਾ ਫੈਸਲਾ ਆਪ ਕਰੇਗੀ। ਵੀ ਇਹ ਸਿੱਖਾਂ ਨੂੰ ਸਿਰਫ ਯਾਦ ਦਿਵਾਉਣ ਦੀਆਂ ਗੱਲਾਂ ਨੇ ਵੀ ਸਿੱਖੋ ਤੁਹਾਡੀ ਕੋਈ ਕੀਮਤ ਨਹੀਂ, ਅਸੀਂ ਜਦੋਂ ਜੋ ਚਾਹੀਏ ਤੁਹਾਡੇ ਗੁਰੂ ਦੀ ਬੇਅਦਬੀ ਕਰ ਸਕਦੇ ਹਾਂ, ਤੁਹਾਨੂੰ ਮਾਰ ਕੁੱਟ ਸਕਦੇ ਹਾਂ। ਮੈਂ ਕਹਿੰਦਾ ਬੇਸ਼ੱਕ ਦੋਸ਼ੀ ਜਿਹੜਾ ਸਿੱਖ ਹੋਵੇ ਜੀ, ਦੋਸ਼ੀ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ। ਬਿਲਕੁਲ ਬੇਸ਼ੱਕ ਉਹ ਮੇਰੇ ਵਰਗੇ ਸਿੱਖੀ ਭੇਸ 'ਚ ਹੋਵੇ ਜੀ, ਜਿਹੜਾ ਦੋਸ਼ੀ ਆ ਉਹ ਦੋਸ਼ੀ ਹੈ, ਉਹ ਕਿਸੇ ਕੌਮ ਨਸਲ ਧਰਮ ਜਾਤ ਦਾ ਹੋਵੇ, ਉਹ ਸਜ਼ਾ ਦਾ ਹੱਕਦਾਰ, ਉਹਨੂੰ ਸਜ਼ਾ ਮਿਲਣੀ ਚਾਹੀਦੀ। ਆਪਣੇ ਆਪ ਨੂੰ ਕੋਈ ਖਜ਼ਾਨਚੀ ਲਿਖਾਉਂਦਾ, ਕੋਈ ਪ੍ਰਧਾਨ ਲਿਖਾਉਂਦਾ, ਕੋਈ ਮੈਂ ਆ ਅਹੁਦੇ ਤੇ ਆ, ਕਿ ਉਹ ਸਿਰਫ ਅਹੁਦਿਆਂ ਤੱਕ ਹੀ ਸੀਮਤ ਨੇ, ਉਹ ਗੁਰਦੁਆਰੇ ਕਿਉਂ ਨਹੀਂ ਆਉਂਦੇ ਤੇ ਉਹ ਰਖਵਾਲੀ ਨਹੀਂ ਕਰ ਸਕਦੇ? ਤਾਂ ਫਿਰ ਗੁਰੂ ਗ੍ਰੰਥ ਸਾਹਿਬ ਰੱਖਣ ਨੂੰ ਉਹਨਾਂ ਦੇ ਕੋਲੇ ਅਧਿਕਾਰ ਵੀ ਹੈ ਨਹੀਂਗਾ। ਪਰ ਸ਼੍ਰੋਮਣੀ ਕਮੇਟੀ ਸਿਰਫ ਇੱਕ ਪੈਸਿਆਂ ਦੀ ਜਮਾਤ ਬਣ ਚੁੱਕੀ ਆ, ਜਿੱਥੋਂ ਉਹਨਾਂ ਨੂੰ ਚੜਾਵਾ ਚੜ੍ਹਦਾ ਆ ਉੱਥੇ ਉਹ ਸਰੂਪ ਵੀ ਦੇਈ ਜਾਂਦੇ ਨੇ ਧੜਾ ਧੜ, ਜਿੱਥੇ ਬੇਅਦਬੀਆਂ ਹੋ ਜਾਂਦੀਆਂ ਨੇ ਉਹਨਾਂ ਨੂੰ ਕੋਈ ਇਹਦੇ ਨਾਲ ਇੰਟਰਸਟ ਨਹੀਂ ਹੈਗਾ। ਤੁਸੀਂ ਦੇਖ ਰਹੇ ਹੋ ਪ੍ਰਾਈਮ ਉਹਦੇ ਨਿਊਜ਼, ਮੈਂ ਹਾਂ ਮਨੋਜ ਕੁਮਾਰ ਹੀਰਾ। ਅੱਜ ਅਸੀਂ ਜਿਹੜਾ ਖੜੇ ਆ ਇਹ ਥਾਣਾ ਟਿੱਬਾ ਦੇ ਅਧੀਨ ਪੈਂਦਾ ਸੁਖਦੇਵ ਨਗਰ ਹੈ, ਜਿੱਥੇ ਕਿ ਅੱਜ ਸ਼ਾਮ ਤਕਰੀਬਨ 6 ਵਜੇ ਦੀ ਘਟਨਾ ਦੇ ਵਿੱਚ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਕਿਸੇ ਨੇ ਅੰਗ ਪਾੜ ਕੇ ਸਿੱਟ ਦਿੱਤੇ ਗਏ, ਜਿਹਦੇ ਵਿੱਚ ਜੋ ਕਿ ਸਿੱਖ ਸੰਗਤਾਂ ਵੀ ਇੱਥੇ ਬਹੁਤ ਆਈਆਂ ਹੋਈਆਂ ਨੇ, ਉਹਨਾਂ ਵਿੱਚ ਭਾਰੀ ਰੋਸ਼ ਪਾਇਆ ਜਾ ਰਿਹਾ ਹੈ। ਇਹ ਇੱਦਾਂ ਦੀਆਂ ਘਟਨਾਵਾਂ ਜਿਹੜੀਆਂ ਇਹ ਰੁਕਣ ਦਾ ਨਾਮ ਨਹੀਂ ਲੈ ਰਹੀਆਂ, ਜਿਹਦੇ ਵਿੱਚ ਲੋਕਾਂ ਦੇ ਜਿਹੜੇ ਹਿਰਦੇ ਬਲੁੰਦਰੇ ਜਾਂਦੇ ਆ। ਤੇ ਇਹਦੇ ਵਿੱਚ ਅਸੀਂ ਤੁਹਾਨੂੰ ਦਿਖਾਣੇ ਵਿੱਚ ACP ਕੁਬਰ ਜੀ ਵੀ ਆਏ ਨੇ, AC ਦਵਿੰਦਰ ਜੀ ਨੇ ਆਏ ਨੇ, ਵੱਡੇ ਹੋਰ ਨਾ ਵੱਡੇ ਅਧਿਕਾਰੀ ਵੀ ਆਏ ਨੇ। ਕਾਫੀ ਹੱਕ ਦੇ ਵਿੱਚ ਸਿੱਖ ਸੰਗਤਾਂ ਜਿਹੜੀਆਂ ਇੱਥੇ ਪਹੁੰਚੀਆਂ ਹੋਈਆਂ ਨੇ, ਅਸੀਂ ਉਹਨਾਂ ਨਾਲ ਗੱਲ ਕਰਨਾ ਚਾਹਾਂਗੇ। ਸਰ, ਇੱਥੇ ਅੱਜ ਜਿਹੜੀ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਇੱਥੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾਟੇ ਹੋਏ ਮਿਲੇ, ਇਹ ਕੀ ਸਰ ਕੀ ਇਹਦੀ ਪੂਰਾ ਕੀ ਘਟਨਾ ਹੈ? ਨਹੀਂ, ਹਲੇ ਅਸੀਂ ਹੁਣੇ ਪਹੁੰਚੇ, ਸਾਨੂੰ ਹਲੇ ਪਤਾ ਨਹੀਂ ਲੱਗਿਆ। ਜਾਣੀ ਇੱਥੇ ਪਤਾ ਲੱਗਿਆ ਕਿ ਮਹਾਰਾਜ ਸਰੂਪ ਦੀ ਬੇਅਦਬੀ ਕੀਤੀ। ਹੁਣ ਵਿੱਚ ਉਹ ਕਹਿੰਦੇ ਵੀ ਸੈਂਚੀਆਂ ਨੇ, ਹੈ ਨਾ, ਪੋਥੀ ਸਾਹਿਬ ਨੇ, ਮਤਲਬ ਕਿ ਉਹ ਕਨਫਰਮ ਨਹੀਂ ਹੈ। ਹਾਂ, ਮਹਾਰਾਜ ਸਰੂਪ ਜਿਹੜੇ ਅੰਗ ਨੇ ਉਹ ਲੈ ਗਏ ਨੇ, ਸ਼ਾਇਦ ਗੁਰਦੁਆਰਾ ਸਾਹਿਬ ਲੈ ਗਏ ਨੇ। ਦੇਖਿਆ ਜਾ ਰਿਹਾ ਕਿ ਪਿਛਲੇ ਕਾਫੀ ਸਮੇਂ ਦੇ ਉੱਤੋਂ ਇੱਦਾਂ ਦੀਆਂ ਘਟਨਾ ਹੋ ਰਹੀਆਂ ਹੈ। ਜਿਹੜੇ ਇੱਧਰ ਦੇ ਸ਼ਰਾਰਤੀ ਤੱਤਵ ਆ ਉਹਨਾਂ ਦਾ ਕੋਈ ਵੀ ਧਰਮ ਨਹੀਂ ਹੁੰਦਾ, ਪਰ ਜਿਹੜੇ ਗੁਰੂ ਪੀਰ ਨੂੰ ਮੰਨਣ ਵਾਲੇ ਉਹਨਾਂ ਦੇ ਹਿਰਦੇ ਬਲੁੰਦਰ ਜਾਂਦੇ ਆ। ਇਹਨਾਂ ਤੇ ਨੱਥ ਕਿਉਂ ਨਹੀਂ ਪੈ ਰਹੀ? ਨੱਥ ਜੀ ਹੁਣ ਇਹਦੇ ਪ੍ਰਸ਼ਾਸਨ ਨੇ ਪਾਉਣੀ ਹੈ, ਸਾਡੇ ਬਸ SGPC ਹੋਵੇ ਨੱਥ ਪਾਉਣੀ ਸਭ ਪਾ ਦਿਆਂਗੇ। ਇੱਕ SGPC ਸਿੱਖ ਸਮੁਦਾਇ ਦੇ ਸਪੈਸ਼ਲ ਇਹਦੀ ਟਾਸਕ ਫੋਰਸ ਵੀ ਬਣੀ ਹੁੰਦੀ ਹੈ, ਇਹਦੇ ਤੱਕ ਸਪੈਸ਼ਲ ਇਹਦੇ ਵੱਲ ਧਿਆਨ ਦਿੱਤਾ ਜਾਂਦਾ। 300 ਕੁਛ ਸਰੂਪ ਹਰਿਮੰਦਰ ਸਾਹਿਬ ਵਿੱਚੋਂ ਵੀ ਗੈਪ ਹੋ ਜਾਂਦੇ ਆ, ਔਰ ਇਹ ਤਾਂ ਚਲੋ ਇੱਕ ਘਟਨਾ ਹੈ। ਉਹਦੇ ਤੇ ਹਰਿਮੰਦਰ ਸਾਹਿਬ ਦੇ ਵਿੱਚੋਂ ਵੀ 300 ਕੁਛ ਸਰੂਪ ਗੈਪ ਹੋ ਜਾਂਦੇ ਆ, ਉਹਦੇ ਤੇ ਵੀ ਕੋਈ ਕਾਰਵਾਈ ਹਜੇ ਤੱਕ ਨਹੀਂ ਹੋਈ। ਉਹਦੇ ਵਿੱਚ ਵੀ ਪਿਛਲੇ ਦਿਨੀ ਕਾਫੀ ਉੱਥੇ ਰੋਲਾ ਪਿਆ। ਇਹਦੇ ਬਾਰੇ ਟਾਸਕ ਫੋਰਸ ਆਈ, ਫਿਰ ਆਪਣੇ ਨੂੰ ਕੁੱਟਣ ਵਾਸਤੇ ਰੱਖੀ ਹੈ, ਬਗਾਨੇ ਤੇ ਥੋੜੀ ਡੰਗ ਚੱਲਦੀ ਹੈ, ਉਹ ਆਪਣੇ ਨੂੰ ਕੁੱਟਣ ਵਾਸਤੇ ਰੱਖੀ ਹੈ। ਮਤਲਬ ਇਹ ਹੈ ਜੀ ਸਰ, ਇਸ ਸਰਕਾਰਾਂ ਸਾਡੀਆਂ ਨਿਕੰਮੀਆਂ ਨੇ। ਜਦੋਂ ਸਾਨੂੰ ਪਤਾ ਲੱਗਦਾ ਵਾ ਇੰਨੇ ਕਾਨੂੰਨ ਬਣੇ, ਇੰਨਾ ਵੱਡਾ ਪ੍ਰਸ਼ਾਸਨ ਆ ਸਰਕਾਰਾਂ ਨੇ, ਜਦ ਇੱਕ ਕੋਈ ਵੀ ਕੰਮ ਹੋ ਗਿਆ ਆਪਾਂ ਉਸ ਉੱਤੇ ਦੁਬਾਰਾ ਉਹਨੂੰ ਗੌਰ ਕਿਉਂ ਨਹੀਂ ਕਰਦੇ? ਠੀਕ ਹੈ,
ਸਰਕਾਰਾਂ ਦੀਆਂ ਬਹੁਤ ਜ਼ਿਆਦਾ ਵੱਡੀਆਂ ਗਲਤੀਆਂ ਨੇ। ਹਰੇਕ ਸਰਕਾਰ ਨੂੰ ਆਪਣੀ ਕੁਰਸੀ ਦਾ ਲਾਲਚ ਹੁੰਦਾ ਵਾ, ਉਹਨੂੰ ਕਿਸੇ ਦੇ ਜਜ਼ਬਾਤਾਂ ਨਾਲ, ਕਿਸੇ ਦੇ ਧਰਮ ਦੇ ਨਾਲ, ਕਿਸੇ ਦੀ ਜਾਨ ਦੀ, ਮਾਲ ਦੀ, ਕੋਈ ਰੱਖਿਆ ਦੀ ਕੋਈ ਪਰਵਾਹ ਨਹੀਂ ਹੁੰਦੀ। ਇਹ ਲੋਕ ਛੱਪੜ ਦੇ ਡੱਡੂ ਨੇ, ਇਹਨਾਂ ਨੇ ਉਦੋਂ ਹੀ ਬਾਹਰ ਆਉਣਾ। ਇਹਨਾਂ ਨੇ ਧਰਮ ਨੂੰ ਇਸ ਤਰ੍ਹਾਂ ਬਲੁੰਦਰ ਕੇ ਰੱਖਤਾ ਵਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਤਾਂ ਵਿਸ਼ਵਾਸ ਟੁੱਟੇਗਾ ਲੋਕਾਂ ਦਾ। ਅਗਰ ਇਹ ਚੀਜ਼ਾਂ ਦੇ ਉੱਤੇ ਕਾਰਵਾਈ ਨਾ ਹੋਈ, ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਕਾਨੂੰਨ ਤੋਂ ਭਰੋਸਾ ਉੱਠੇਗਾ, ਆਪਣੇ ਹੱਕਾਂ ਦੇ ਲਈ ਆਪ ਆਪਣੀ ਤਲਵਾਰ ਚੱਕ ਕੇ ਆਪਣਾ ਫੈਸਲਾ ਆਪ ਕਰੇਗੀ। ਜਿਵੇਂ ਕਿ ਸਰ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਵੀ ਚਾਹੇ ਪੋਥੀ ਸਾਹਿਬ ਦੇ ਅੰਗ ਮਿਲੇ ਨੇ, ਹਾਂਜੀ। ਕਿਸੇ ਦਾ ਕੋਈ ਹਜੇ ਤੱਕ ਪਤਾ ਲੱਗਾ ਕੁਝ ਕਾਰਨ ਵੀ ਕਿਹੜੇ ਬੰਦਾ ਜਾਂ ਕੋਈ ਪਤਾ ਤਾਂ ਦੇਖੋ ਜੀ, ਪਤਾ ਤਾਂ ਸਾਰੇ ਨੂੰ ਹੁੰਦਾ, ਸਰਕਾਰਾਂ ਰਲ ਮਿਲ ਕੇ ਹੀ ਕਰਾਉਂਦੀਆਂ, ਕਿਉਂਕਿ ਛੋਟੇ-ਮੋਟੇ ਕਿਸੇ ਇਨਸਾਨ ਦੀ ਇੰਨਾ ਵੱਡਾ ਕੰਮ ਕਰ ਜੇ ਜ਼ਰੂਰਤ ਨਹੀਂ ਪੈਂਦੀ। ਠੀਕ ਹੈ ਜੀ। ਇੱਥੇ ਜੋ ਵੀ ਅੱਜ ਦੀ ਘਟਨਾ ਹੋਈ ਆ ਉਹਦੇ ਉੱਤੇ ਪਹਿਲਾਂ 2 ਲੜਕੇ ਆਉਂਦੇ ਆ ਕੇ ਇੱਥੇ ਇੱਕ ਸਾਈਡ ਦੇ ਉੱਤੇ, ਸ਼ਹਿਰ ਤੋਂ ਬਾਹਰ ਤੁਸੀਂ ਦੇਖ ਸਕਦੇ ਹੋ, ਆਲੇ ਦੁਆਲੇ ਕੋਈ ਆਬਾਦੀ ਨਹੀਂ ਹੈਗੀ, ਕੁਝ ਵੀ ਆ। ਠੀਕ ਹੈ। ਕਿਉਂਕਿ ਅਗਰ ਉਹਨਾਂ ਨੂੰ ਪਤਾ ਵੀ ਹੁੰਦਾ ਵਾ ਵੀ ਇਸ ਏਰੀਏ ਦੇ ਵਿੱਚ ਨਹੀਂ ਹੈ ਕੁਝ, ਠੀਕ ਹੈ ਜੀ, ਇਹ ਏਰੀਆ ਸਾਰਾ ਹੀ ਬੈਕਵਰਡ ਹੈਗਾ ਵਾ, ਉਹਨਾਂ ਨੇ ਸ਼ਹਿਰ ਦੇ ਵਿੱਚ ਇਹ ਕੰਮ ਤਾਂ ਨਹੀਂ ਕੀਤਾ ਵੀ ਉੱਥੇ ਕਿਤੇ ਨਾ ਕਿਤੇ ਫੜੇ ਜਾਣਗੇ। ਹਰੇਕ ਬੰਦਾ ਪਲੈਨਿੰਗ ਨਾਲ ਇਹੋ ਜਿਹਾ ਕੰਮ ਕਰਦਾ ਵਾ। ਕਹਿਣ ਦਾ ਮਤਲਬ ਇਹ ਹੈ ਸਰਕਾਰਾਂ ਨੂੰ ਇਸ ਕਾਨੂੰਨ ਦੇ ਉੱਤੇ ਸਖਤਾਈ ਕਰਨੀ ਚਾਹੀਦੀ ਹੈ ਜੀ। ਜਿਵੇਂ ਕਿ ਪਿਛਲੇ ਦਿਨ ਜਿਹੜੀ ਹੁਣ ਪਾਰਟੀਆਂ ਨੇ, ਇਹ ਪਾਰਟੀਆਂ ਦੇ ਵਿੱਚ ਅੱਡ ਵੀ ਹੋਏ, ਕਿਤੇ ਨਾ ਕਿਤੇ ਸ਼ਰਾਰਤੀ ਤੱਤਵਾਂ ਦਾ ਕੰਮ ਨਹੀਂ ਬੇੜਾ, ਲੋਕਾਂ ਦਾ ਧਿਆਨ ਕਿਸੇ ਹੋਰ ਪਾਸੇ ਲੱਗੇ ਨਾ, ਮੇਨ ਮੁੱਦੇ ਲੋਕਾਂ ਦੇ ਉਹਨਾਂ ਤੋਂ ਧਿਆਨ ਭਟਕਾਉਣਾ, ਲੋਕਾਂ ਨੂੰ ਉਲਝਾਏ ਰੱਖਣਾ। ਦੇਖੋ ਜੀ, ਹਰ ਵੇਲੇ ਹੁੰਦਾ ਆ ਰਿਹਾ, ਇਹ ਬਿਲਕੁਲ ਹੁੰਦਾ ਆ ਰਿਹਾ। ਜਿਸ ਤਰ੍ਹਾਂ ਤੁਸੀਂ ਮੁੱਦੇ ਦੀ ਗੱਲ ਕੀਤੀ, ਕਿਸਾਨਾਂ ਦਾ ਮੁੱਦਾ ਚੱਲ ਰਿਹਾ, ਉਹ ਧਿਆਨ ਭਟਕਾਉਣ ਲਈ ਵੀ ਹੋ ਸਕਦਾ, ਪਰ ਕਹਿੰਦੇ ਸਰਕਾਰਾਂ ਨੇ ਜਿਹੜੀ ਸਿਆਸਤ ਚੱਲਣੀ ਹੈ ਉਹ ਚੱਲੋ, ਪਰ ਕਿਸੇ ਦੇ ਧਰਮ ਨਾਲ ਕੋਈ ਛੇੜਖਾਨੀ ਨਾ ਕਰਿਓ, ਚਾਹੇ ਕੋਈ ਕਿਸੇ ਵੀ ਧਰਮ ਦਾ ਇਨਸਾਨ ਹੋਵੇ, ਕੋਈ ਵੀ ਧਰਮ ਹੋਵੇ। ਹਰੇਕ ਧਰਮ ਦਾ ਸਤਿਕਾਰ ਬਹੁਤ ਜ਼ਰੂਰੀ ਹੈ ਜੀ। ਧੰਨਵਾਦ। ਇਸ ਚੀਜ਼ ਦੀ ਲਾਲਚ ਹੋਗੀ, ਪੈਸਾ ਕਿੱਥੋਂ ਉਹਨਾਂ ਨੂੰ ਆਊਗਾ ਜਿਹੜਾ ਇਹ ਕੰਮ ਕਰਨਗੇ, ਕਿੱਥੋਂ ਪੈਸਾ ਆਏਗਾ? ਏਜੰਸੀਆਂ ਦਿੰਦੀਆਂ ਨੇ, ਹੋਰ ਕੌਣ ਦੇ ਰਿਹਾ? ਏਜੰਸੀਆਂ ਦੇ ਰਹੀਆਂ ਨੇ। ਹੁਣ ਪੰਜਾਬ ਨੂੰ ਖਤਮ ਕਰਨ ਦੇ ਲਈ ਦੇਖੋ, ਹੁਣ ਜਦੋਂ ਵੀ ਕੋਈ ਵੀ ਨਾ ਕੋਈ ਬਰਗਾੜੀ ਦਾ ਕਾਂਡ ਹੋਇਆ, ਉਹਨੂੰ ਖਤਮ ਕਰਨ ਦੇ ਲਈ ਕੀ ਕੀਤਾ ਗਿਆ? ਕੀ ਕੀਤਾ ਗਿਆ ਤੁਹਾਡੇ ਸਾਹਮਣੇ? ਹੁਣ ਕਿਸਾਨਾਂ ਦੇ ਮੁੱਦੇ ਚੱਲਦੇ ਪਏ ਆ, ਬੇਅਦਬੀਆਂ ਸ਼ੁਰੂ ਹੋ ਗਈਆਂ। ਨਹੀਂ, ਸੁਖਵੀਰ ਬਾਦਲ ਵੀ ਤਾਂ ਵਰਗਣੀਕਾਰ ਉਹਦੇ 'ਚ ਹੈਗੇ ਨੇ, ਉਮਰ ਨੰਗਲ ਹੈਗੇ ਨੇ। ਗੱਲ ਕੀਤੀ ਜਾਵੇ ਕਿੰਨੇ ਕੁ ਸੈਣੀ ਸਾਹਿਬ ਹੈਗੇ ਨੇ, ਲੇਕਿਨ ਇਹਨਾਂ ਨੂੰ ਹਜੇ ਤੱਕ ਵੀ ਕੋਈ ਸਜ਼ਾ ਤਾਂ ਦਿੱਤੀ ਨਹੀਂ ਗਈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਮੁੱਖ ਨੇ ਸੁਖਵੀਰ ਬਾਦਲ ਸਾਹਿਬ, ਪਾਵਰਾਂ ਦੇ ਵਿੱਚ ਨੇ, ਜਿਨ੍ਹਾਂ ਕੋਲੇ ਪਾਵਰ ਹੈ। ਪੰਜਾਬੀ ਦੀ ਕਹਾਵਤ ਹੈ, ਜਿਹਦੀ ਲਾਠੀ ਉਹਦੀ ਭੈਂਸ। ਨਹੀਂ, ਮਤਲਬ ਉਹ ਵੀ ਤਾਂ ਸਿੱਖ ਸਮੁਦਾਇ ਤੋਂ ਹੀ ਬਿਲੋਂਗ ਕਰਦੇ ਨੇ। ਕਿਉਂ ਮਹਾਰਾਜ ਦਸ਼ਹਿਰਾ ਨਾ, ਹੁਣ ਜਿਹੜੇ ਤੁਸੀਂ ਕਹਿ ਰਹੇ ਹੋ, ਆਪਾਂ ਸੁਣ ਰਹੇ ਹਾਂ ਸਵੇਰ ਦਾ, ਜਿਹੜੇ ਬੱਚਿਆਂ ਨੇ ਦੇਖਿਆ ਉਹ ਵੀ ਤਾਂ ਕਹਿ ਰਹੇ ਨੇ ਦਸਤਾਰਾਂ ਨਾਲ। ਬਿਲਕੁਲ ਸਿੱਖੀ ਸਿੱਖਣ ਦਾ ਵਿਸ਼ਾ ਵਾ। ਬਿਲਕੁਲ, ਮਤਲਬ ਉਹ ਸਿਰਫ ਰਾਜ ਸੱਤਾ ਦਾ ਨਸ਼ਾ ਜਿਹੜਾ ਭੋਗ ਰਹੇ ਨੇ, ਇਸ ਕਰਕੇ ਆਪਣੇ ਬਸ ਜਿਹੜਾ ਨਸ਼ੇ ਦੇ ਵਿੱਚ ਚੂਰ ਨੇ। ਜੇ ਉਹਨਾਂ ਨੂੰ ਕੁਰਸੀ ਦਾ ਨਸ਼ਾ ਨਾ, ਆਪਣਾ ਪਰਿਵਾਰ ਤੱਕ ਲਾ ਦਿੰਦੇ ਹੋ ਤਾਂ ਕੁਰਸੀ ਦੇ ਨਸ਼ੇ ਦੇ ਵਿੱਚ ਸਾਰਾ ਕੁਝ ਭੁੱਲ ਗਏ ਨੇ। ਬਿਲਕੁਲ। ਕੀ ਸਜ਼ਾ ਹੋਣੀ ਚਾਹੀਦੀ ਹੈ? ਕੀ ਸਜ਼ਾ ਜਿਹੜੀ ਦੇਣੀ ਚਾਹੀਦੀ? ਸਭ ਤੋਂ ਸਖਤ ਸਜ਼ਾ ਕੀ ਹੋਣੀ ਚਾਹੀਦੀ ਹੈ? ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਹੜੀ ਬੇਅਦਬੀ ਹੈ, ਮੈਂ ਇਹ ਅੱਜ ਸਮਝਦਾ ਇਸ ਘਟਨਾ ਨੂੰ ਕਿ ਇਹ ਜਿਹੜੀ ਘਟਨਾ 31 ਅਕਤੂਬਰ ਆਹ ਦੇ ਜਿਹੜੇ 1 2 4 ਤਰੀਕਾਂ ਚੱਲ ਰਹੀਆਂ ਨੇ, ਇਹ ਪੂਰੇ ਵਿਸ਼ਵ ਨੂੰ ਪਤਾ ਕਿ ਸਿੱਖਾਂ ਤੇ ਜੋ ਜ਼ੁਲਮ ਹੋਏ, ਸਿੱਖ ਸਾੜੇ ਗਏ, ਸਿੱਖਾਂ ਦੇ ਕਾਰੋਬਾਰ ਤਬਾਹ ਕੀਤੇ ਗਏ। ਅੱਜ ਦੇ ਦਿਨ ਉਹ ਦਿਨ ਚੱਲ ਰਹੇ ਨੇ। ਮੈਂ ਇਸ ਘਟਨਾ ਨੂੰ ਉਸ ਘਟਨਾ ਦੇ ਨਾਲ ਦੇਖਣੀ ਚਾਹੁੰਦਾ ਜੋੜ ਕੇ, ਵੀ ਇਹ ਸਿੱਖਾਂ ਨੂੰ ਸਿਰਫ ਯਾਦ ਦਿਵਾਉਣ ਦੀਆਂ ਗੱਲਾਂ ਨੇ ਵੀ ਸਿੱਖੋ ਤੁਹਾਡੀ ਕੋਈ ਕੀਮਤ ਨਹੀਂ, ਅਸੀਂ ਜਦੋਂ ਜੋ ਚਾਹੀਏ ਤੁਹਾਡੇ ਗੁਰੂ ਦੀ ਬੇਅਦਬੀ ਕਰ ਸਕਦੇ ਹਾਂ, ਤੁਹਾਨੂੰ ਮਾਰ ਕੁੱਟ ਸਕਦੇ ਹਾਂ। ਮੈਂ ਭਾਰਤ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਸਿੱਖ ਜਿਹੜੇ ਇਨਸਾਫ ਪਸੰਦ ਲੋਕ ਨੇ, ਇਨਸਾਨੀਅਤ ਤੇ ਇਹਨਾਂ ਨੂੰ ਮੁੱਖ ਵਿਸ਼ਾ ਇਹਨਾਂ ਦਾ, ਸਾਰੇ ਸੰਸਾਰ ਨੂੰ ਆਪਣਾ ਘਰ ਸਮਝਦੇ, ਇਹਨਾਂ ਨੂੰ ਚੈਨ ਨਾਲ ਜੀਣ ਦਿਓ। ਇਹ ਸਾਰੇ ਕੌਮਾਂ ਨੂੰ ਭਰਾ ਸਮਝਦੇ ਨੇ, ਸਭ ਦਾ ਸਤਿਕਾਰ ਸਮਝਦੇ ਨੇ। ਜੇ ਕੋਈ ਇਹ ਕਿਸੇ ਦੇ ਮਨ 'ਚ ਖਿਆਲ ਹੈ ਕਿ ਇੱਦਾਂ ਦੀਆਂ ਘਟਨਾਵਾਂ ਕਰਕੇ ਸਿੱਖ ਆਪਸ ਵਿੱਚ ਲੜ ਸਕਦੇ ਨੇ, ਅਸੀਂ ਹਿੰਦੂ, ਸਿੱਖ, ਮੁਸਲਿਮ, ਈਸਾਈ ਸਾਰੇ ਭਾਈ ਹਾਂ ਤੇ ਸਾਰੇ ਭਾਈ ਰਵਾਂਗੇ। ਮੈਂ ਇਹੋ ਬੇਨਤੀ ਸਰਕਾਰ ਤੋਂ ਹੱਥ ਜੋੜ ਕੇ ਮੰਗ ਕਰਦਾ ਬੜੇ ਭਰੇ ਮਨ ਦੇ ਨਾਲ ਵੀ ਇਹ ਜਿਹੜੀਆਂ ਬੇਅਦਬੀਆਂ ਸਰਕਾਰ ਦੀਆਂ ਏਜੰਸੀਆਂ ਬਹੁਤ ਵੱਡੀਆਂ ਹੁੰਦੀਆਂ ਨੇ, ਉਹ ਤੁਰੰਤ ਇਹਨਾਂ ਨੂੰ ਰੋਕਿਆ ਜਾਵੇ। ਔਰ ਸਾਡੇ ਹਿਰਦੇ ਜਿਹੜੇ ਬਲੁੰਦਰ ਹੈਗੇ ਨੇ, ਜਿੰਨੀਆਂ ਸੰਗਤਾਂ ਸਾਡੇ ਸਾਹਮਣੇ ਖੜੀਆਂ ਨੇ, ਬੜੇ ਭਰੇ ਮਨ ਦੇ ਨਾਲ ਇਸ ਕਾਂਡ ਦੇ ਉੱਤੇ ਬੜਾ ਦੁੱਖ ਜ਼ਾਹਰ ਕਰ ਰਹੇ ਹਾਂ। ਅਸੀਂ ਗੁਰੂ ਰਾਮਦਾਸ ਜੀ ਦਾ ਜਨਮ ਦਿਹਾੜਾ ਅੱਜ ਹੀ ਬੇਅਦਬੀ। ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਚੌਥੇ ਪਾਤਸ਼ਾਹ ਦਾ ਅੱਜ ਜਨਮ ਦਿਹਾੜਾ ਹੈ, ਔਰ ਉਸ ਦਿਹਾੜੇ ਦੇ ਉੱਤੇ ਵੀ ਇਹੋ ਜਿਹੀਆਂ ਕੋਈ ਕਾਰਵਾਈ ਜਿਹੜੀਆਂ ਹੋਣੀਆਂ, ਮੈਂ ਸਮਝਦਾ ਵੀ ਉਹ ਸ਼ਖਸੀਅਤ ਨੇ ਜਿਨ੍ਹਾਂ ਨੇ ਦਰਬਾਰ ਸਾਹਿਬ ਗੋਲਡਨ ਟੈਂਪਲ ਅੰਮ੍ਰਿਤਸਰ ਦੀ ਨੀਂਹ ਰੱਖੀ ਆ। ਇਹ ਉਹਨਾਂ ਦੀ ਪ੍ਰਪੋਜ਼ਲ ਹੈ, ਔਰ ਇਹ ਉਸ ਵਿਰਸੇ ਨੂੰ ਤਹਿਸ ਨਹਿਸ ਕਰਨ ਦੀਆਂ ਇਹ ਜਿਹੜੀਆਂ ਕਾਰਵਾਈਆਂ ਤੁਰੰਤ ਸਰਕਾਰ ਰੋਕੇ। ਇਹ ਬੜੀਆਂ ਡੂੰਘੀਆਂ ਸਾਜ਼ਿਸ਼ਾਂ ਦੇ ਤਹਿਤ ਇਹੋ ਜਿਹੀਆਂ ਕਾਰਵਾਈਆਂ ਹੋ ਰਹੀਆਂ ਨੇ। ਔਰ ਮੈਂ ਉਹੀ ਗੱਲ ਹੈ, ਮੈਂ ਫਿਰ ਮੰਗ ਕਰਦਾ ਕਿ ਸਿੱਖਾਂ ਨੂੰ ਪਰਖਿਆ ਨਾ ਜਾਵੇ,
ਸਿੱਖ ਇਨਸਾਫ ਪਸੰਦ ਕੌਮ ਹੈ। ਅਸੀਂ ਸਭ ਨੂੰ ਭਾਈ ਭਾਈ ਸਮਝਦੇ ਹਾਂ ਔਰ ਸਾਨੂੰ ਚੈਨ ਨਾਲ ਜੀਣ ਦੇਣਾ ਚਾਹੀਦਾ। ਇੱਕ ਜਿੱਦਾਂ ਭਾਈ ਸਾਹਿਬ ਨੇ ਦੱਸਿਆ ਕਿ ਇੱਕ ਵੀਡੀਓ ਦੇ ਵਿੱਚ ਜਿਹੜੇ ਲੜਕੇ ਨੇ ਦੱਸਿਆ ਸੀਗਾ ਕਿ ਹਾਂ ਵੀ 2 ਲੜਕੇ ਜਿਹੜੇ ਇੱਥੇ ਆਏ ਸੀਗੇ ਡਿਸਕਵਰ ਮੋਟਰਸਾਈਕਲ ਜਿੱਦਾਂ ਨੇ ਦੱਸਿਆ ਕਿ ਇੱਥੋਂ ਹੀ ਚਲੇ ਗਏ, ਲੇਕਿਨ ਉਹ ਆਪਣੇ ਬਿਆਨ ਕਿਉਂ ਬਦਲ ਰਿਹਾ? ਉਹ ਸਿੱਖ ਲੜਕਾ ਹੈਗਾ, ਉਹ ਬਿਆਨ ਕਿਉਂ ਬਦਲ ਰਿਹਾ? 10 ਮਿੰਟ ਬਾਅਦ ਹੀ ਉਹ ਘੁੰਮ ਕੇ ਇੱਧਰ ਚਲਾ ਜਾਂਦਾ, ਬੈਗ ਟੰਗਿਆ ਹੁੰਦਾ, ਕਿਉਂ ਉਹ ਬਿਆਨ ਕਿਉਂ ਬਦਲ ਰਿਹਾ ਜਦੋਂ ਪੁਲਿਸ ਦੇ ਅੱਗੇ ਆਇਆ? ਦੇਖੋ ਇਸ ਤਰ੍ਹਾਂ ਜੀ ਵੀ ਜਿਹੜੇ ਕੋਈ ਵੀ ਬਿਆਨ ਬਦਲਨੇ ਆ ਜੀ ਮੈਂ ਕਹਿੰਦਾ ਬੇਸ਼ੱਕ ਦੋਸ਼ੀ ਜਿਹੜਾ ਸਿੱਖ ਹੋਵੇ ਜੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ। ਬਿਲਕੁਲ। ਬੇਸ਼ੱਕ ਉਹ ਮੇਰੇ ਵਰਗੇ ਸਿੱਖੀ ਭੇਸ 'ਚ ਹੋਵੇ, ਜੀ ਜਿਹੜਾ ਦੋਸ਼ੀ ਆ ਉਹ ਦੋਸ਼ੀ ਹੈ, ਉਹ ਕਿਸੇ ਕੌਮ ਨਸਲ ਧਰਮ ਜਾਤ ਦਾ ਹੋਵੇ, ਉਹ ਸਜ਼ਾ ਦਾ ਹੱਕਦਾਰ, ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ। ਅਗਰ ਉਹ ਕਿਸੇ ਧਰਮ ਦਾ ਹੁੰਦਾ ਤੇ ਧਰਮ ਦੀ ਬੇਇੱਜ਼ਤੀ ਕਾਹਦੇ ਕਰਦਾ? ਅਗਰ ਉਹਨੂੰ ਕਿਸੇ ਧਰਮ ਨਾਲ ਪਿਆਰ ਮੁਹੱਬਤ ਹੁੰਦੀ ਤਾਂ ਉਹ ਗੁਟਕਾ ਸਾਹਿਬ ਜਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਿਉਂ ਕਰਦਾ? ਉਹ ਵੀ ਇਹਨੇ ਸੁਨਸਾਨ ਇਲਾਕੇ ਦੇ ਵਿੱਚ ਉਹ ਕਿਸੇ ਧਰਮ ਤੋਂ ਮੈਨੂੰ ਲੱਗਦਾ ਨਹੀਂਗਾ ਕਿਸੇ ਤਾਲੁਕਾਤ ਰੱਖਦਾ ਹੋਣਾ, ਕਿਉਂਕਿ ਇਹ ਬਹੁਤ ਵੱਡੀ ਬੇਅਦਬੀ ਹੁੰਦੀ ਹੈ ਜਿਹੜੀ ਕਰੋਸ਼ ਸੈਂਟਰ ਤੱਕ ਜਾਂਦੀ ਹੈ। ਸੈਂਟਰ ਕੋਈ ਵੀ ਫੈਸਲਾ ਨਹੀਂ ਲੈ ਪਾਉਂਦੀ, ਸੂਬੇ ਦੀ ਸਰਕਾਰ ਫੈਸਲਾ ਲੈਣ ਦੀ ਕੋਈ ਉਹ ਵੀ ਫੈਸਲਾ ਲੈਣ ਦੀ ਕਿਉਂਕਿ ਸੱਤਾ ਦੇ ਚੂਰ ਨੇ। ਫਿਰ ਇਨਸਾਫ ਕਿੱਥੋਂ ਮੰਗਿਆ ਜਾਊਗਾ? ਬੇਅਦਬੀਆਂ ਲਗਾਤਾਰ ਹੋ ਰਹੀਆਂ, ਕਿਉਂ ਟਾਰਗੇਟ ਹੋ ਰਿਹਾ? ਕਿਉਂ? ਇਹ ਜਿਹੜਾ ਤੁਸੀਂ ਟਾਰਗੇਟ ਦੀ ਗੱਲ ਕਰਦੇ ਹੋ, ਸਿੱਖ ਕੌਮ ਦਾ ਇੱਕ ਬੇਸਿਕ ਸਿਧਾਂਤ ਹੈ, ਇਹ ਸਮੁੱਚੇ ਸੰਸਾਰ ਨੂੰ ਆਪਣਾ ਘਰ ਸਮਝਦੇ ਆ। ਜੀ ਬਿਲਕੁਲ। ਔਰ ਕੁਝ ਸਾਡੇ ਭਾਰਤ ਵਾਸ ਦੇ ਲੋਕਾਂ 'ਚ ਸਾਡੇ ਜੇਨ ਵਿੱਚ ਸਾਡੇ ਖੂਨ 'ਚ ਰਚਿਆ ਹੋਇਆ ਕਿ ਇਹਨਾਂ ਨੂੰ 4 ਭਾਗਾਂ 'ਚ ਵੰਡ ਕੇ ਜੀਣ ਦਾ ਹੱਕ ਹੈ। ਜੀ ਪਰ ਜਿਹੜਾ ਸਿੱਖ ਹੈ ਉਹ ਐਵੇਂ ਨਹੀਂ, ਐਵੇਂ ਜੀਣਾ ਚਾਹੁੰਦਾ, ਬਰਾਬਰ ਖੜ ਕੇ ਆਪਾਂ ਜੀਣਾ ਚਾਹੁੰਦੇ ਆ। ਤੇ ਮੈਂ ਇਹ ਸਮਝਦਾ ਵੀ ਇਹ ਬੜੀ ਵੱਡੀ ਸ਼ਰਾਰਤ ਹੈ। ਇਹੋ ਜਿਹੀਆਂ ਸ਼ਰਾਰਤਾਂ ਤੋਂ ਪੂਰੀ ਸਿੱਖ ਕੌਮ ਨੂੰ ਵੀ ਸੁਚੇਤ ਰਹਿਣਾ ਚਾਹੀਦਾ, ਸੁੱਚੀ ਮਨੁੱਖਤਾ ਨੂੰ ਸੁਚੇਤ ਰਹਿਣਾ ਚਾਹੀਦਾ। ਕੋਈ ਵੀ ਕਾਰਵਾਈਆਂ ਇਦਾਂ ਦੀਆਂ ਭਾਵੇਂ ਧਰਮ ਦੇ ਨਾਂ ਤੇ ਹੋਵੇ, ਭਾਵੇਂ ਜਾਤ ਦੇ ਨਾਂ ਤੇ ਹੋਵੇ, ਸਾਡਾ ਉਹਨਾਂ ਦੀ ਨਿਖੇਧੀ ਕਰਨੀ ਫਰਜ਼ ਬਣਦਾ। ਔਰ ਸਾਨੂੰ ਇਹ ਤੋਂ ਸੁਚੇਤ ਰਹਿ ਕੇ ਕਿਸੇ ਵੀ ਭੜਕਾਟ ਵਿੱਚ ਨਹੀਂ ਆਉਣਾ ਚਾਹੀਦਾ। ਔਰ ਜਿਹੜਾ ਸਾਨੂੰ ਉਪਦੇਸ਼ ਗੁਰੂ ਸਾਹਿਬ ਨੇ ਦਿੱਤਾ ਭਾਈ ਕਨ੍ਹਈਆ ਵਾਲੀ ਵਿਰਤੀ ਜਿਹੜੀ ਉਹ ਲੈ ਕੇ ਵੀ ਚੱਲਣਾ ਚਾਹੀਦਾ ਕਿ ਅਸੀਂ ਸਭ ਦੀ ਮਲਮ ਪੱਟੀ ਵੀ ਕਰਨੀ ਆ। ਪਰ ਜਦੋਂ ਸਾਡੇ ਹੀ ਹਿਰਦੇ ਵਲੂੰਦਰੇ ਜਾਣਗੇ ਤਾਂ ਫਿਰ ਜਿਹੜਾ ਸਿੱਖ ਹੈ ਉਹ ਇਹ ਸੋਚਣ ਲਈ ਮਜਬੂਰ ਹੋਏਗਾ ਵੀ ਇਹ ਜਿਹੜਾ ਸਾਡਾ ਵਿਰਸਾ ਹੈ ਇਹਨੂੰ ਕੋਈ ਤਹਿਸ ਨਹਿਸ ਨਾ ਕਰ ਪਾਏ। ਜਦੋਂ ਅਸੀਂ ਇਸ ਘਟਨਾ ਨੂੰ ਉਸ ਘਟਨਾ ਨਾਲ ਜੋੜ ਕੇ ਦੇਖਦੇ ਹਾਂ ਤੇ ਭਾਰਤ ਨੇ ਸਿੱਖਾਂ ਨੂੰ ਇੱਜ਼ਤ ਵੀ ਬੜੀ ਦਿੱਤੀ ਆ। ਭਾਵੇਂ ਫੌਜ ਦਾ ਮੁਖੀ ਹੋਵੇ ਜੇ ਸਿੰਘ ਜੀ ਹੁਣ ਉਹ ਸਰਦਾਰ ਨੇ ਮੁਖੀ ਰਹੇ ਆ। ਭਾਰਤ ਦੇ ਪ੍ਰਾਈਮ ਮਿਨਿਸਟਰ ਸਰਦਾਰ ਮਨਮੋਹਨ ਸਿੰਘ ਵਰਗਾ ਐਜੂਕੇਟਡ ਕੋਈ ਨਹੀਂ ਹੈ। ਭਾਰਤ ਦਾ ਪੜ੍ਹਿਆ ਕੋਈ ਵੀ ਉਹਨਾਂ ਵਰਗਾ ਪੜ੍ਹਿਆ ਕੋਈ ਵੀ ਪ੍ਰਧਾਨ ਮੰਤਰੀ ਅੱਜ ਤੱਕ ਨਹੀਂ ਹੋਇਆ, ਨਾ ਹੋਣਾ। ਸੋ ਐਸੀ ਕੋਈ ਗੱਲ ਨਹੀਂ ਹੈ। ਇਹ ਸ਼ਰਾਰਤੀ ਲੋਕ ਨੇ, ਸਾਨੂੰ ਉਹਨਾਂ ਤੋਂ ਸੁਚੇਤ ਰਹਿਣਾ ਚਾਹੀਦਾ। ਜਿਹੜਾ ਕੋਈ ਵੀ ਇਹੋ ਜਿਹੀਆਂ ਸ਼ਰਾਰਤਾਂ ਕਰਦਾ, ਸਾਨੂੰ ਭਾਰਤ ਵਿੱਚ ਵੀ ਮਾਣਨਾ ਸ਼ਾਨਣਾ ਅਸੀਂ ਜੀਏ ਆ, ਸਦੀਆਂ ਤੋਂ ਜੀਂਦੇ ਹੋ ਰਹੇ ਹਾਂ, ਗਾਂ ਵੀ ਜੀਂਦੇ ਰਹਾਂਗੇ। ਇਹ ਸਤਿਕਾਰ ਸਾਨੂੰ ਫੋਰਨ ਕੰਟਰੀਆਂ ਨੇ ਵੀ ਦਿੱਤਾ, ਭਾਰਤ ਵਿੱਚ ਵੀ ਮਿਲਦਾ। ਸੋ ਇਹੋ ਜਿਹੀਆਂ ਜਿਹੜੀਆਂ ਤੁਸੀਂ ਗੱਲਾਂ ਕਰ ਰਹੇ ਹੋ ਸਾਂਝੀ ਵਾਲਤਾ ਤੇ ਇਹੋ ਜਿਹੇ ਦੁੱਖ ਦੀ ਘੜੀ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਦਾ ਜਿਹੜਾ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਉਪਦੇਸ਼ ਦਿੱਤਾ ਹੈ, ਉਹਦੇ ਵਿੱਚ 6 ਗੁਰੂ ਸਾਹਿਬਾਨ 15 ਭਗਤ 11 ਭੱਟ ਜਿਹੜੀ ਬਾਣੀਆਂ ਸਾਨੂੰ ਹਿੰਦੂ ਮੁਸਲਿਮ ਸਾਰਾ ਕੁਝ ਉੱਥੇ ਜੋੜਿਆ। ਸਾਨੂੰ ਉਸ ਵਿਚਾਰਧਾਰਾ ਨੂੰ ਪ੍ਰਫੁੱਲਤ ਕਰਕੇ ਸੰਸਾਰ 'ਚ ਲੈ ਕੇ ਜਾਣਾ ਚਾਹੀਦਾ ਤਾਂ ਕਿ ਇਹੋ ਜਿਹੀਆਂ ਗੰਦੀਆਂ ਕਾਰਵਾਈਆਂ ਤੋਂ ਆਪਾਂ ਬਚ ਸਕੀਏ। ਇਹ ਇੱਕ ਮਿਸਾਲੀ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਅੱਗੇ ਤੋਂ ਕਿਸੇ ਦੀ ਜ਼ਰੂਰਤ ਨਾ ਪਵੇ। ਇਹੋ ਜਿਹੀ ਮਿਸਾਲ ਪੇਸ਼ ਹੋਵੇ ਇਹੋ ਜਿਹੇ ਲੋਕਾਂ ਵਾਸਤੇ ਤਾਂ ਕਿ ਕੋਈ ਅੱਗੋਂ ਇਹੋ ਜਿਹੀ ਕਾਰਵਾਈ ਕਰਨ ਦੀ ਕੋਈ ਜ਼ਰੂਰਤ ਨਾ ਕਰੇ। ਅਸੀਂ ਹੁਣ ਜਿਹੜਾ ਕਿ ਇਹ ਗੁਰਦੁਆਰਾ ਸਿੰਘ ਸਭਾ ਪਹੁੰਚੇ ਸੁਤੰਤਰ ਨਗਰ ਦੇ ਵਿੱਚ, ਜਿੱਥੇ ਕਿ ਪਾਵਨ ਸਰੂਪਾਂ ਨੂੰ ਜਿਹਨਾਂ ਦੀ ਬੇਅਦਬੀ ਹੋਈ ਉਹਨਾਂ ਨੂੰ ਲੈ ਕੇ ਆਂਦਾ ਗਿਆ ਸੀਗਾ। ਤੇ ਸਾਡੇ ਨਾਲ ਬਾਬਾ ਵਿਸਾਖਾ ਸਿੰਘ ਜੀ ਖੜੇ ਨੇ, ਇਹਨਾਂ ਤੋਂ ਜਾਣਾਂਗੇ ਵੀ ਪੂਰਾ ਕੀ ਮਾਮਲਾ ਸੀ। ਵਿਸਾਖਾ ਸਿੰਘ ਜੀ ਕੀ ਮਾਮਲਾ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਮਲਾ ਤਾਂ ਸਾਨੂੰ ਕੁਝ ਦੇਰ ਪਹਿਲਾਂ ਹੀ ਪਤਾ ਲੱਗਿਆ ਵੀ ਟਿੱਬਾ ਰੋਡ ਤੇ ਗੁਰੂ ਸਾਹਿਬ ਦੀ ਕੋਈ ਅੰਗਾਂ ਦੀ ਬੇਅਦਬੀ ਹੋ ਰਹੀ ਆ, ਵੀ ਕਰਕੇ ਕੋਈ ਚਲਾ ਗਿਆ ਉਹਦੇ ਸਬੰਧ ਦੇ ਵਿੱਚ। ਪਰ ਵੀ ਇਹ ਤੋਂ ਵੱਡੀ ਮੰਦਭਾਗੀ ਘਟਨਾ ਹੋ ਨਹੀਂ ਸਕਦੀ। ਸੋ ਇਹਦੇ ਵਿੱਚ ਜਦੋਂ ਕਹਿੰਦੇ ਹੁੰਦੇ ਆ ਵੀ ਬਾੜ ਕੀ ਜਿਹੜੀ ਖੇਤ ਨੂੰ ਖਾਵੇ, ਉਹ ਬਾੜ ਹੀ ਸਾਡੀ ਇਸ ਟਾਈਮ ਜਿਹੜੀ ਰਖਵਾਲੇ ਬਣੇ ਸੀਗੇ। ਕਿਉਂਕਿ ਇਹ 40 ਦਿਨਾਂ ਤੋਂ ਉੱਪਰ ਹੋ ਗਏ 328 ਸਰੂਪਾਂ ਨੂੰ ਜਿਹੜੇ ਲਾਪਤਾ ਦੱਸੇ ਜਾਂਦੇ ਨੇ, ਉਹਨਾਂ ਨੂੰ ਮਤਲਬ ਸ਼੍ਰੋਮਣੀ ਕਮੇਟੀ ਕਰ ਰਹੀ ਆ। ਤੇ ਜੇ ਉਹੀ ਨਹੀਂ ਦੱਸ ਰਹੀ ਤੇ ਹੁਣ ਜਿਹੜਾ ਬਾਹਰਲਿਆਂ ਨੂੰ ਤਾਂ ਸੌਖਾ ਹੀ ਹੋ ਗਿਆ। ਤੇ ਜਿਨ੍ਹਾਂ ਦੀ ਮੇਰੀ ਭੁਗਤਣਾ ਇਹ ਹੋ ਰਿਹਾ ਵਾ, ਇਹ ਸ਼੍ਰੋਮਣੀ ਕਮੇਟੀ ਦੇ ਜਿਹੜੀ ਸਾਡੀ ਇਸ ਟਾਈਮ ਵਿਕ ਚੁੱਕੀ ਆ, ਮਤਲਬ ਜਿਹੜੀ ਇਹਨਾਂ ਦੇ ਅਧੀਨ ਹੋ ਚੁੱਕੀ ਆ। ਇੱਕ ਅਸੀਂ ਕਹਿ ਦਈਏ ਵੀ ਭਗਵਾ ਰੰਗ ਜਿਹਨੂੰ ਚੜਿਆ ਹੋਇਆ ਆ। ਤੇ ਉਹ ਜਿਹੜੀਆਂ ਬੇਅਦਬੀਆਂ ਪਹਿਲਾਂ ਸਰਸੇ ਵਾਲੇ ਨੇ ਕਰਾਈਆਂ, ਉਹਨਾਂ ਨੂੰ ਦਬਾਉਣ ਦੇ ਸਿਲੇ ਦੇ ਵਿੱਚ ਆਪਾਂ ਕਹਿ ਦਈਏ ਵੀ ਉਹਨਾਂ ਨੂੰ ਤਾਂ ਆਪਾਂ ਦਬਾਵਾਂਗੇ, ਆਪਾਂ ਉਹਦੀਆਂ ਹੋਰ ਉੱਦਾਂ ਦੀਆਂ 5-10 ਹੋਰ ਕਰ ਦਿਓ, 100 ਕਰ ਦਿਓ, ਤੇ ਉਹ ਪਿਛਲੀ ਆਪੇ ਦਬ ਜਾਣੀਆਂ। ਤੇ ਅਗਲੇ ਕਹਿੰਦੇ ਵੀ ਹੁਣ ਕਿਹੜਾ ਇਹਨਾਂ ਨੂੰ ਕੋਈ ਫਰਕ ਪੈਂਦਾ ਆ। ਸੋ ਇਹਦੇ ਵਿੱਚ ਜਿਹੜੇ ਉੱਥੇ ਇਨਵੋਲਵ ਬੈਠੇ ਨੇ ਜਥੇਦਾਰ, ਜਿਹੜਾ ਉੱਥੇ ਧਰਮ ਜਿਹੜੀ ਸਾਡੀ ਹੈਗੀ ਆ ਨਾ ਕਮੇਟੀ, ਧਰਮ ਸਤਰ ਕਮੇਟੀ, ਉਹਨਾਂ ਦਾ ਕੰਮ ਆ ਇਹ ਦੇਖਣਾ ਵੀ ਗੁਰੂ ਘਰਾਂ ਦੇ ਵਿੱਚ ਮਰਿਆਦਾ ਹੈਗੀ ਆ ਜਾਂ ਨਹੀਂ ਹੁੰਦੀ। ਹੁਣ ਸਵੇਰੇ 4 ਵਜੇ ਇੱਥੇ ਪਾਠੀ ਪਾਠ ਕਰਦਾ ਆ, ਇਹ ਸਵੇਰੇ 4 ਵਜੇ ਜਿਹੜੇ ਪ੍ਰਧਾਨ ਆ
ਉਹ ਕਿੰਨੇ ਬੰਦੇ ਪਹੁੰਚਦੇ ਆ ਜਿਹੜੇ ਆਪਣੇ ਆਪ ਨੂੰ ਕੋਈ ਖਜ਼ਾਨਚੀ ਲਿਖਾਉਂਦਾ, ਕੋਈ ਪ੍ਰਧਾਨ ਲਿਖਾਉਂਦਾ, ਕੋਈ ਮੈਂ ਆ ਅਹੁਦੇ ਤੇ ਆ, ਕੀ ਉਹ ਸਿਰਫ ਅਹੁਦਿਆਂ ਤੱਕ ਹੀ ਸੀਮਤ ਨੇ? ਉਹ ਗੁਰਦੁਆਰੇ ਕਿਉਂ ਨਹੀਂ ਆਉਂਦੇ ਤੇ ਉਹ ਰਖਵਾਲੀ ਨਹੀਂ ਕਰ ਸਕਦੇ? ਤਾਂ ਫਿਰ ਗੁਰੂ ਗ੍ਰੰਥ ਸਾਹਿਬ ਰੱਖਣ ਨੂੰ ਉਹਨਾਂ ਦੇ ਕੋਲੇ ਅਧਿਕਾਰ ਵੀ ਹੈ ਨਹੀਂਗਾ। ਪਰ ਸ਼੍ਰੋਮਣੀ ਕਮੇਟੀ ਸਿਰਫ ਇੱਕ ਪੈਸਿਆਂ ਦੀ ਜਮਾਤ ਬਣ ਚੁੱਕੀ ਆ। ਜਿੱਥੋਂ ਉਹਨਾਂ ਨੂੰ ਚੜਾਵਾ ਚੜ੍ਹਦਾ ਆ ਉੱਥੇ ਉਹ ਸਰੂਪ ਵੀ ਦੇਈ ਜਾਂਦੇ ਨੇ ਧੜਾ ਧੜ, ਜਿੱਥੇ ਬੇਅਦਬੀਆਂ ਹੋ ਜਾਂਦੀਆਂ ਨੇ ਉਹਨਾਂ ਨੂੰ ਕੋਈ ਇਹਦੇ ਨਾਲ ਇੰਟਰਸਟ ਨਹੀਂ ਹੈਗਾ। ਸੋ ਸਾਨੂੰ ਜਾਗਰਤ ਹੋਣਾ ਪੈਣਾ ਸਾਰਿਆਂ ਨੂੰ, ਜਿਹੜੇ ਇਕੱਲੇ ਸਿੱਖ ਨਹੀਂ, ਜਿਹੜੇ ਆਮ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮਾਨਤਾ ਰੱਖਦੇ ਆ, ਜਿਹੜੇ ਹਰ ਇੱਕ ਬੰਦਾ ਆਇਆ ਜਿਹੜਾ ਅਸੀਂ ਇਕੱਲਾ ਗੁਰੂ ਗ੍ਰੰਥ ਸਾਹਿਬ ਦੇ ਉੱਥੇ 15 ਬ੍ਰਾਹਮਣਾਂ ਦੀ ਬਾਣੀ ਹੈ ਜਿਹਨੂੰ ਅਸੀਂ ਰੋਜ਼ ਨਮਸਕਾਰ ਕਰਦੇ ਹਾਂ। ਉਹਦੇ ਵਿੱਚ ਸਾਡੇ ਭੱਟ ਸਾਹਿਬਾਨ ਵੀ ਬੈਠੇ ਨੇ, ਸਾਡੇ ਬਹੁਤ ਮਤਲਬ ਅਸੀਂ ਹਰ ਇੱਕ ਧਰਮ ਬਾਰੇ ਉਹਦੇ ਵਿੱਚ ਦੱਸਿਆ ਹੋਇਆ ਵਾ। ਉਹ ਰਹਿਬਰ ਨੇ ਸਾਰੇ ਸੰਸਾਰ ਦੇ। ਜੇ ਉਹਨਾਂ ਦੀ ਅੱਜ ਬੇਪਤੀ ਹੋ ਰਹੀ ਹੈ ਤੇ ਬਚਣਾ ਅਸੀਂ ਵੀ ਨਹੀਂ ਹੈਗਾ, ਕਿਉਂਕਿ ਜਿਵੇਂ ਕਿ ਇੱਥੇ ਪਤਾ ਲੱਗਾ ਵੀ ਇੱਕ ਨੌਜਵਾਨ ਵੱਲੋਂ ਇਹ ਪੁਸ਼ਟੀ ਕੀਤੀ ਗਈ ਵੀ 2 ਬੰਦੇ ਦਮਾਲੇ ਬੰਨੇ ਹੋਏ ਸੀ। ਇਹਦੇ ਵਿੱਚ ਕਿ ਉਹਨੂੰ ਉਹ ਜਿਹੜੇ ਬੰਦੇ ਨੇ ਦੱਸਿਆ ਉਲਟਾ ਪੁਲਿਸ ਵੱਲੋਂ ਉਹਨੂੰ ਪਤਾ ਲੱਗਾ ਵੀ ਅਰੈਸਟ ਕੀਤਾ ਗਿਆ ਹੈ। ਤੁਹਾਨੂੰ ਇਸ ਬਾਰੇ ਕੀ ਨੌਲੇਜ ਹੈਗੀ? ਨਹੀਂ, ਇਹਦੇ ਬਾਰੇ ਮੈਨੂੰ ਕੋਈ ਪਤਾ ਨਹੀਂ। ਦੇਖੋ, ਉਹ ਤਾਂ ਜਿਹੜਾ ਬੰਦੇ ਨੇ ਦੱਸਿਆ ਆ ਜਾਂ ਜਾਂਚਕਰਤਾ ਦਾ ਪਤਾ ਲੱਗ ਹੀ ਜਾਣਾ ਆ। ਇਹ ਹੁਣ ਪਹਿਲਾ ਕੰਮ ਤਾਂ ਹੈ ਨਹੀਂਗਾ ਵੀ ਪੁਲਿਸ ਨਹੀਂ ਕਢਾ ਸਕਦੀ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਜੇ ਪ੍ਰੀਤ ਕੌਰ ਦਾ ਪਰਸ ਜਾ ਕੇ 4 ਘੰਟੇ ਦੇ ਵਿੱਚ ਲੱਭ ਸਕਦਾ ਤੇ ਇਹ ਕਿੱਡੀ ਵੱਡੀ ਗੱਲਬਾਤ ਆ। ਔਰ ਰਾਜਾ ਤੇ ਆਪਣੇ ਜਿਹੜਾ ਸਾਡਾ ਮੁਖੀ ਆ, ਕਹਿੰਦੇ ਹੁੰਦੇ ਆ ਵੀ ਜਿਹੜੇ ਦੇਸ਼ ਦਾ ਰਾਜਾ ਆਯਾਸ਼ ਹੋਵੇ ਉੱਥੇ ਪ੍ਰਜਾ ਚੰਗੀ ਨਹੀਂ ਹੋ ਸਕਦੀ। ਪਹਿਲਾਂ ਬਾਦਲ ਜਿਹੜਾ ਸੀਗਾ ਉਹ ਸਾਡਾ ਮਤਲਬ ਰਹਿਬਰ ਬਣਿਆ ਹੋਇਆ ਸੀਗਾ ਤੇ ਉਹ ਆਪਣੇ ਨਿੱਜੀ ਉਹਨੇ ਕੰਮਾਂ ਵਾਸਤੇ ਵਰਤਿਆ। ਹੁਣ ਇਹ ਆਯਾਸ਼ ਬੈਠਾ ਮੁੱਖ ਮੰਤਰੀ, ਉਹਨੂੰ ਪਤਾ ਨਹੀਂ ਹੈਗਾ ਉਹਦੇ ਘਰ ਪਾਰਟੀਆਂ ਚੱਲ ਰਹੀਆਂ ਨੇ, ਯਾਸ਼ੀਆਂ ਕਰ ਰਿਹਾ ਅਸੂਰਾ ਦੇ ਨਾਲ, ਤੇ ਉਹਨੂੰ ਇਹ ਨਹੀਂ ਪਤਾ ਵੀ ਇੱਥੇ ਹੋ ਕੀ ਰਿਹਾ ਆ। ਜਦੋਂ ਤੁਸੀਂ ਲਾਇਕ ਹੀ ਨਹੀਂ ਹੈਗੇ, ਤੁਹਾਨੂੰ ਹੱਕ ਨਹੀਂ ਹੈਗਾ ਇਹ ਚੀਜ਼ਾਂ ਨਾਲ ਕਰਨੀ ਪੈਣੀਆਂ। ਜਿਹੜੇ ਇੱਥੇ ਦੇ ਪ੍ਰਧਾਨ ਬਣਦੇ ਨੇ ਉਹਨਾਂ ਨੂੰ ਸਾਨੂੰ ਮਹੱਲੇ ਦੀ ਜਿਹੜੀ ਕਮੇਟੀ ਬਣਾ ਕੇ ਉਹਨਾਂ ਨੂੰ ਸੁਚੇਤ ਉਹਨਾਂ ਨੂੰ ਵੀ ਕਰਨਾ ਚਾਹੀਦਾ ਵੀ ਜੇ ਅਸੀਂ ਸਰੂਪਾਂ ਦੀ ਸੰਭਾਲ ਨਹੀਂ ਕਰ ਸਕਦੇ ਤਾਂ ਸਾਨੂੰ ਅਧਿਕਾਰ ਨਹੀਂ ਗੁਰਦੁਆਰਾ ਖੋਲ੍ਹਣ ਦਾ। ਇਹ ਦੁਕਾਨਾਂ ਨਾ ਬਣਾਓ। ਜੇ ਗੁਰੂ ਗ੍ਰੰਥ ਸਾਹਿਬ ਹੀ ਰੁਲ ਜਾਣਗੇ ਤਾਂ ਸਾਡਾ ਕੋਈ ਅਧਿਕਾਰ ਨਹੀਂ। ਤੁਸੀਂ ਕੀ ਮੰਗ ਕਰਦੇ ਜਿਹੜੇ ਇੱਦਾਂ ਦੇ ਸ਼ਰਾਰਤੀ ਤੱਤਵ ਆ ਜਿਹੜੇ ਕਿਸੇ ਵੀ ਮੈਨੂੰ ਲੱਗਦਾ ਧਰਮ ਦੇ ਨਹੀਂ ਹੋ ਸਕਦੇ, ਕਿਉਂਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਉਹ ਸਭ ਧਰਮਾਂ ਦੇ ਸਾਂਝੇ ਮੰਨੇ ਜਾਂਦੇ ਨੇ, ਜਿਨ੍ਹਾਂ ਨੇ ਇਹਨਾਂ ਦੀ ਵਿਦਵੇ, ਤੁਸੀਂ ਇਹਨਾਂ ਲਈ ਕੀ ਸਜ਼ਾ ਦੀ ਮੰਗ ਕਰਦੇ ਹੋ? ਇੱਦਾਂ ਦੇ ਬੰਦੇ ਨੂੰ ਕਿਹੜੀ ਸਜ਼ਾ ਮਿਲਣੀ ਚਾਹੀਦੀ ਹੈ ਕਿ ਦੂਜੀ ਵਾਰ ਇੱਦਾਂ ਦੀ ਘਟਨਾ ਕਰਨ ਤੋਂ ਪਹਿਲਾਂ 10 ਵਾਰ ਬੰਦਾ ਸੋਚੇ? ਜਾਂ ਪਰਸੋਂ ਇੱਕ ਕਾਨੂੰਨ ਬਣਿਆ ਆ, ਕਹਿੰਦੇ ਵੀ ਜਿਹੜੇ ਪਰਾਲੀ ਨੂੰ ਅੱਗ ਲਾਉਂਦੇ ਆ ਉਹਨਾਂ ਨੂੰ 1 ਕਰੋੜ ਰੁਪਇਆ ਜੁਰਮਾਨਾ ਦੇ 5 ਸਾਲ ਦੀ ਸਜ਼ਾ। ਇਹ ਅਸੀਂ ਉਸ ਦੇਸ਼ ਦੇ ਵਿੱਚ ਰਹਿੰਦੇ ਆ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਜਾਵੇ, ਉਹਨਾਂ ਨੂੰ ਅੰਗਾ ਖਿਲਾਰ ਕੇ ਕੋਈ ਸੁੱਟ ਜਾਵੇ, ਉਹਨਾਂ ਵਾਸਤੇ ਸਿਰਫ 295 ਧਾਰਾ ਬਣਾਈ ਹੋਈ ਆ ਜਿਹਦੇ ਵਿੱਚ 6 ਮਹੀਨੇ ਦੇ ਬਾਅਦ ਸਜ਼ਾ ਬੰਦਾ ਬਾਹਰ ਆ ਜਾਂਦਾ ਆ। ਤੇ ਇੱਕ ਪਰਾਲੀ ਸਾੜਨ ਦੀ ਸਜ਼ਾ ਇੱਥੇ 5 ਸਾਲ ਤੇ 1 ਕਰੋੜ ਰੁਪਇਆ ਜੁਰਮਾਨਾ। ਤੇ ਸਾਡੇ ਜਿਹੜੇ ਰਹਿਬਰ ਨੇ, ਜਿਹਨੂੰ ਅਸੀਂ ਰਹਿਬਰ ਮੰਨਦੇ ਆ, ਜਿਹੜੇ ਕਹਿੰਦੇ ਤੁਮ ਮਾਤ ਪਿਤਾ ਹਮ ਵਾਰਕ ਤੇਰੇ, ਤੇ ਉਹ ਮਤਲਬ ਜਿੱਦਾਂ ਮਰਜ਼ੀ ਖਿਲਾਰ ਦਿਓ, ਉਹਨਾਂ ਵਾਸਤੇ ਪੂਰੀ ਖੋਲ੍ਹਿਆ। ਅਸੀਂ ਤਾਂ ਇਸੇ ਕਰਕੇ ਕਹਿੰਦੇ ਆ। ਫਿਰ ਸਾਨੂੰ ਕਹਿੰਦੇ ਵੀ ਤੁਸੀਂ ਵੱਖਵਾਦੀ ਹੋ, ਤੁਸੀਂ ਕਿਉਂ ਮੰਗ ਕਰਦੇ ਹੋ? ਜੇ ਤਾਂ ਤੁਸੀਂ ਦੇਖਿਆ ਵੀ ਇਦਾਂ ਕਦੇ ਕੋਈ ਗੀਤਾ ਦੀ ਬੇਅਦਬੀ ਹੁੰਦੀ ਹੋਵੇ? ਕਿੰਨੀਆਂ ਚੀਜ਼ਾਂ ਹੋ ਗਈਆਂ। ਅਸੀਂ ਸਭ ਨੂੰ ਮੰਨਦੇ ਆ, ਹਰੇਕ ਧਰਮ ਨੂੰ ਅਸੀਂ ਮੰਨਦੇ ਆ, ਕਿਉਂਕਿ 9ਵੇਂ ਪਾਤਸ਼ਾਹ ਨੇ ਬੈਠ ਕੇ ਇਹਨੂੰ ਬਚਾਇਆ ਇਹਨਾਂ ਦਾ। ਪਰ ਅੱਜ ਕੀ ਗੱਲ, ਇਕੱਲਾ ਸਿੱਖਾਂ ਦਾ ਹੀ ਆ? ਸਾਰਿਆਂ ਦਾ ਹੱਕ ਬਣਦਾ ਵੀ ਇਹਦੇ ਵਿੱਚ ਬੋਲਣ। ਜੇ ਅੱਜ ਸਾਡੇ ਨਾਲ ਹੋ ਰਿਹਾ ਤਾਂ ਕੱਲ੍ਹ ਨੂੰ ਇਹ ਤੁਹਾਡੇ ਨਾਲ ਵੀ ਹੋ ਸਕਦਾ ਵਾ। ਸੋ ਬੇਨਤੀਆਂ ਨੇ ਵੀ ਆਪਾਂ ਜਾਗਰਤ ਹੋਈਏ, ਸਾਰੇ ਇੱਕ ਦੂਜੇ ਦੇ ਮੋਢੇ ਤੇ ਰੱਖ ਕੇ ਨਾ ਚਲਾਈਏ। ਕੌਣ ਜਿੱਥੇ ਆਪਣੀ ਜ਼ਿੰਮੇਵਾਰੀ ਬਣਦੀ ਆ। ਇਹ ਸ਼੍ਰੋਮਣੀ ਕਮੇਟੀ ਜਦੋਂ ਆਉਂਦੀ ਆ ਗੁਰਦੁਆਰੇ ਜਾਂ ਇੱਥੇ ਉਦਘਾਟਨ ਕਰਨ ਆਉਂਦੀ ਆ, ਜੀ ਅਸੀਂ ਆ ਗਏ ਹਾਂ ਗੁਰਦੁਆਰੇ ਦਾ ਉਦਘਾਟਨ 'ਚ ਨਵੀਂ ਦੁਕਾਨ ਫੈਕਟਰੀ ਖੋਲ੍ਹ ਚੁੱਕੇ ਆ। ਮੈਂ ਫੈਕਟਰੀਆਂ ਕਹਿਣਾ ਇਹਨਾਂ ਨੂੰ, ਕਿਉਂਕਿ ਇਹਨਾਂ ਦਾ ਬਿਜ਼ਨਸ ਪੈਸਾ ਕਮਾਉਣਾ। ਤੇ ਸੋ ਅੱਜ ਅਸੀਂ ਜਾਗਰਤ ਹੋਈਏ ਸਾਰੇ, ਫਿਰ ਇਹੋ ਜਿਹੀਆਂ ਘਟਨਾ ਅਸੀਂ ਰੋਕ ਸਕਦੇ ਹਾਂ ਆਪ ਹੀ, ਕਿਉਂਕਿ ਇਹ ਤਾਂ ਵਿਕ ਚੁੱਕੇ ਨੇ। ਜਿਹੜੇ 328 ਸਰੂਪਾਂ ਦੀ ਬੇਅਦਬੀ ਨਹੀਂ ਦੱਸ ਰਹੇ ਵੀ ਕਿੱਥੇ ਗਾਇਬ ਹੋ ਗਏ। 450 ਸਰੂਪ ਕੈਨੇਡਾ ਦੇ ਵਿੱਚ ਪਿਆ ਆ, ਸੜ ਗਿਆ, ਬੱਸ ਦੇ ਵਿੱਚ ਪਿਆ, ਕਿਵੇਂ ਚਲਿਆ ਗਿਆ, ਕਿੰਨੇ ਰੁਪਈਆਂ 'ਚ ਵਿਕਿਆ, ਕੌਣ ਉਹਨੂੰ ਲੈ ਕੇ, ਕੋਈ ਦੱਸਣ ਵਾਲਾ ਨਹੀਂ ਹੈਗਾ। ਤੇ ਉਹਨਾਂ ਨੂੰ ਤਾਂ ਖੁੱਲ੍ਹੀ ਹੋ ਗਈ। ਜਦੋਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਜਿਹੜਾ ਰਾਜਾ ਹੋਵੇ ਧਰਮੀ ਤਾਂ ਪ੍ਰਜਾ ਵਧੀਆ ਰਹਿੰਦੀ ਆ। ਜਦੋਂ ਰਾਜਾ ਹੀ ਚੋਰ ਹੋਵੇ ਫਿਰ ਪ੍ਰਜਾ ਸਹੀ ਨਹੀਂ ਰਹਿ ਸਕਦੀ। ਸਾਜ਼ਿਸ਼ ਤਹਿਤ ਹੁੰਦਾ ਕਿ ਸਮੁਦਾਇ ਨੂੰ, ਜਿੱਦਾਂ ਪੁਲਿਸ ਵੀ ਕਾਫੀ ਰੋਕੀਆਂ ਨੂੰ ਭਾਲ ਜਿਹੜੀ ਕਰਦੀ ਹੈ, ਲੇਕਿਨ ਕਈ ਵਾਰ ਦੇਖਿਆ ਜਾਂਦਾ ਕੋਈ ਖਾਲੀ ਜਗ੍ਹਾਵਾਂ ਦੇ ਉੱਤੇ ਹੀ ਇੱਦਾਂ ਦਾ ਕੰਮ ਕੀਤਾ ਜਾਂਦਾ, ਵਾਰਦਾਤ ਅੰਜਾਮ ਦਿੱਤੀ ਜਾਂਦੀ, ਜਿਹਦੇ ਪੁਲਿਸ ਥੋੜੀ ਪਜ਼ਲ ਹੋ ਜਾਂਦੀ ਹੈ। ਤੇ ਕੀ ਮਾਮਲੇ ਹੁੰਦੇ ਨੇ? ਦੇਖੋ, ਹਰੇਕ ਮਾਮਲੇ ਦਾ ਆਪਣਾ ਮੈਰਿਟ ਹੁੰਦੀ ਹੈ ਤੇ ਆਪਣੇ ਹਾਲਾਤ ਹੁੰਦੇ ਨੇ। ਇਸ ਮਾਮਲੇ 'ਚ ਕੀ ਹਾਲਾਤ ਸੀ, ਅਸੀਂ ਮੌਕੇ ਤੇ ਪਹੁੰਚੇ ਹਾਂ। ਜਿਹੜੇ ਬੰਦੇ ਨੇ ਸਾਨੂੰ ਕੰਪਲੇਂਟ ਕੀਤੀ ਹੈ ਉਹ ਸਾਡੇ ਕੋਲ ਹਾਜ਼ਰ ਹੈ, ਸਾਨੂੰ ਸਾਰੇ ਹਾਲਾਤਾਂ ਬਾਰੇ ਦੱਸ ਰਹੇ ਕਿ ਅਸੀਂ ਪੂਰੀ ਇਨਵੈਸਟੀਗੇਸ਼ਨ ਕਰ ਰਹੇ ਹਾਂ। ਕਿਉਂਕਿ ਪੁਲਿਸ ਹਰ ਵਾਰ ਬਹੁਤ ਵਧੀਆ ਕੰਮ ਕਰਦੀ ਹੈ, ਅਪਰਾਧੀਆਂ ਲੱਭਦੀ ਹੈ, ਲੇਕਿਨ ਇੱਥੇ ਇੱਕ ਆ ਵੀ ਗੱਲ ਕਹੀ ਜਾਂਦੀ ਹੈ ਪੁਲਿਸ ਦਾ ਜਿਹੜਾ ਕੰਮ ਹੁੰਦਾ ਸਾਨੂੰ ਪਹਿਲੇ ਹੁੰਦਾ, ਕਿਉਂਕਿ ਕ੍ਰਾਈਮ ਜਿਹੜੇ ਹੁੰਦੇ ਬਹੁਤ ਹੀ ਹਾਈ ਲੈਵਲ ਦੇ ਕ੍ਰਾਈਮ ਹੁੰਦੇ। ਕਈ ਜਿਹੜੇ ਮੁੱਦੇ ਭੜਕ ਜਾਂਦੇ ਨੇ ਇਸ ਮੁੱਦਿਆਂ ਦੇ ਉੱਤੇ, ਲੇਕਿਨ ਪੁਲਿਸ ਇੱਥੇ ਸਤਰਕ ਵੀ ਹੋ ਜਾਂਦੀ। ਜਦੋਂ ਤੁਸੀਂ ਹੁਣ ਮੌਕੇ 'ਤੇ ਆਏ ਹੋ, ਤੁਹਾਡਾ ਪੂਰਾ ਆਲਾ ਅਧਿਕਾਰੀ, ਜਿੱਦਾਂ ਮੈਂ ਗੱਲ ਕਰਾਂ ਜਿੰਨੇ ਵੀ ਅਫਸਰ ਹੈਗੇ ਨੇ ਸਾਰੇ ਮੌਕੇ 'ਤੇ ਪਹੁੰਚੇ ਨੇ। ਹੁਣ ਪ੍ਰੈਫਰ ਕੀ ਕੀਤਾ ਜਾਊਗਾ ਮੈਡਮ, ਜਿੱਦਾਂ ਵੀ ਹੁਣ ਇਲਾਕਿਆਂ ਦੀ ਕੀ ਛਾਣਬੀਨ ਕੀਤੀ ਜਾਊਗੀ?
ਨਹੀਂ, ਅਸੀਂ ਪ੍ਰੋਪਰ ਜੋ ਸਾਡਾ ਇਨਵੈਸਟੀਗੇਸ਼ਨ ਦਾ ਰੂਟ ਹੈ ਅਸੀਂ ਕਰਾਂਗੇ। ਸਾਰੇ ਆਫੀਸਰਸ ਕੰਸਰਨਡ ਉਰੇ ਪਹੁੰਚ ਚੁੱਕੇ ਹੈ, ਸਾਡਾ ਕਾਰਵਾਈ ਸ਼ੁਰੂ ਹੋ ਚੁੱਕੀ ਹੈ ਜੀ, ਤੇ ਸਾਡੀ ਅਲੱਗ-ਅਲੱਗ ਟੀਮਾਂ ਬਣ ਕੇ ਅਸੀਂ ਕੰਮ ਸ਼ੁਰੂ ਕਰਤਾ ਤੇ ਜਲਦੀ ਹੀ ਅਸੀਂ ਜਿਹੜਾ ਵੀ ਇਸ ਕੰਮ ਨੂੰ ਅੰਜਾਮ ਦਿੱਤਾ ਅਸੀਂ ਫੜਾਂਗੇ। ਸਰ ਜਿਹੜਾ ਅੱਜ ਇੱਥੇ ਪਤਾ ਲੱਗਾ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨੇ ਪੜੇ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨੇ ਨਹੀਂ ਹੈ, ਉਹ ਗੁਟਕਾ ਸਾਹਿਬ ਦੇ ਪੰਨੇ ਹੈ। ਇੱਕ ਸੇਵਾ ਸਿੰਘ ਨਾਂ ਦਾ ਲੜਕਾ ਸੀ, ਉਹਨੇ ਦੱਸਿਆ ਵੀ ਇੱਥੇ ਮੈਂ ਰੁਕਿਆ ਸੀ ਵਾਸ਼ਰੂਮ ਲਈ ਤੇ ਉੱਥੇ ਪਏ ਦਿਸੇ ਮੈਨੂੰ, ਤੇ ਉਹ ਦੱਸ ਰਿਹਾ ਵੀ 2 ਮੁੰਡੇ ਸੀਗੇ ਸਰਦਾਰ ਤੇ ਮੋਟਰਸਾਈਕਲ ਤੇ ਸੀਗੇ, ਲੇਕਿਨ ਉਹ ਚੀਜ਼ ਅਸੀਂ ਸਾਰੀ ਵੈਰੀਫਾਈ ਕਰ ਰਹੇ ਹਾਂ, ਹਲੇ ਇਨਵੈਸਟੀਗੇਸ਼ਨ ਚੱਲ ਰਹੀ ਹੈ। ਸਰ ਇਹਦੇ ਵਿੱਚ ਕੋਈ ਵਿਕਟਮ ਹਜੇ ਤੱਕ ਨਜ਼ਰ ਆਇਆ ਕਿਸੇ ਕੈਮਰੇ? ਨਹੀਂ, ਹਲੇ ਤਾਂ ਇਨਵੈਸਟੀਗੇਸ਼ਨ ਹੋ ਰਹੀ ਹੈ, CCTV ਵੀ ਦੇਖ ਰਹੇ ਹਾਂ, ਉਹਦੇ ਨਾਲ ਵੀ ਗੱਲ ਕਰ ਰਹੇ ਹਾਂ ਮੁੰਡੇ ਨਾਲ, ਬਾਕੀ ਜੋ ਫਾਈਨਲ ਹੁੰਦਾ ਫਿਰ ਦੱਸਦੇ ਹਾਂ ਤੁਹਾਨੂੰ। ਤੁਸੀਂ ਦੇਖ ਰਹੇ ਸੀ ਪ੍ਰਾਈਮ ਉਦੈ ਨਿਊਜ਼, ਮੈਂ ਹਾਂ ਮਨੋਜ ਕੁਮਾਰ, ਕੈਮਰਾਮੈਨ ਅੰਮ੍ਰਿਤਪਾਲ ਨਾਲ।